4 ਸਾਲ ਸਾਨੂੰ ਇੰਤਜ਼ਾਰ ਕਰਨਾ ਪਿਆ ਜੀ। ਪਹਿਲਾਂ ਸੁਸ਼ਮਾ ਮੈਡਮ ਕਹਿੰਦੇ ਰਹੇ ਵੀ ਤੁਹਾਡੇ ਬੰਦੇ ਠੀਕ ਠਾਕ ਨੇ, ਸੇਫ ਨੇ ਸਾਰੇ ਬੰਦੇ, ਸਾਡੇ ਪਰ ਯਕੀਨ ਰੱਖੋ, ਪਰਮਾਤਮਾ 'ਤੇ ਵਿਸ਼ਵਾਸ ਰੱਖੋ, ਤੁਹਾਡੇ ਬੰਦੇ ਜ਼ਰੂਰ ਲੈ ਕੇ ਆਵਾਂਗੇ ਅਸੀਂ। ਅਤੇ ਉਹਨੇ ਸਾਡੇ ਪਿਛਲੇ ਮਹੀਨੇ ਆ ਕੇ ਕਹਿੰਦਾ ਵੀ ਤੁਹਾਡੇ ਬੰਦੇ ਵੀ ਹੈ ਨਹੀਂ ਗਏ, ਵੀ ਉਹ ਡੈਡ ਕਰ ਗਏ ਨੇ। ਉਹਨੇ ਕਲੀਅਰ ਕਰਤਾ ਜੀ। ਮਨ ਨੂੰ ਬਹੁਤ ਧੱਕਾ ਲੱਗਿਆ ਜੀ। 4 ਸਾਲ ਇੰਤਜ਼ਾਰ ਕੀਤਾ ਉਹਨੇ ਜੀ। ਬਹੁਤ ਸਾਡੀ ਮਿਹਨਤ ਦੀ, ਸਾਡੀ ਸਾਰੀ ਮਿੱਟੀ ਲੀਕ ਹੋ ਗਈ। ਕਦੋਂ ਗਏ ਸੀਗੇ ਬਾਹਰ ਤੇ ਕਿਹੜੇ ਏਜੰਟ ਥਰੂ ਗਏ ਸੀਗੇ? 2011 ਦੀ ਗਈ ਇਹ ਜੀ। ਏਜੰਟ ਦਾ ਸੀਗਾ ਜੀ ਆਪਣਾ ਚੱਬੇ ਵਾਲਾ ਦਾ ਸੀਗਾ, ਮਾਲਪੁਰ ਦਾ ਲਾਗੇ ਦਾ ਏਜੰਟ ਜੀ। ਜਿਵੇਂ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਜਿੰਨੇ ਵੀ 39 ਭਾਰਤੀ ਗਏ ਸੀ ਸਾਰੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ, ਕਿ ਤੁਹਾਨੂੰ ਉਸ ਵੇਲੇ ਦੱਸਿਆ ਗਿਆ ਸੀ ਇਸ ਤਰ੍ਹਾਂ ਮਤਲਬ ਕਿ ਉਹ ਗੈਰ ਕਾਨੂੰਨੀ ਗਏ ਨੇ ਜਾਂ ਕਿਸ ਤਰ੍ਹਾਂ ਕਹਿੰਦੇ ਏਜੰਟ ਵੱਲੋਂ? ਸਾਨੂੰ ਤਾਂ ਏਜੰਟ ਨੇ ਕਿਹਾ ਸੀਗਾ ਵੀ ਤੁਹਾਡੇ ਬੰਦੇ ਦਾ ਵੀ 2 ਸਾਲ ਦਾ ਵੀਜ਼ਾ ਆਇਆ ਜੀ, ਉੱਥੇ ਜਾ ਕੇ ਵੀ ਉਹ 2 ਸਾਲ ਬਾਅਦ ਆਉਣਗੇ ਜੀ। ਅਤੇ ਜਦੋਂ ਡੈਡੀ ਮੇਰੇ ਗਏ ਜੀ, ਉਸ ਟਾਈਮ ਜੀ ਡੈਡੀ ਮੇਰੇ ਨੂੰ ਹਫ਼ਤੇ ਬਾਅਦ ਪਤਾ ਲੱਗਿਆ ਕਿ ਮੇਰਾ ਵੀਜ਼ਾ ਸਾਰਾ ਇਹ ਹਫ਼ਤੇ ਦਾ ਸੀਗਾ ਜੀ। ਉਸ ਟਾਈਮ ਬਹੁਤ ਉਹ ਖੱਜਲ ਖੇ ਹੋਏ ਜੀ। ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਵਾਪਸ ਬੁਲਾ ਲਓ, ਵਾਪਸ ਬੁਲਾ ਲਓ। ਅਸੀਂ ਏਜੰਟ ਨੂੰ ਵੀ ਕਿਹਾ ਜੀ ਸਾਡੇ ਬੰਦੇ ਤੋਂ ਵਾਪਸ ਬੁਲਾ ਲਓ, ਪਰ ਏਜੰਟ ਨੇ ਸਾਡੀ ਇੱਕ ਨਹੀਂ ਹੋਣੀ ਜੀ। ਹੁਣ ਸਰਕਾਰ ਵੱਲੋਂ ਮਤਲਬ ਸਰਕਾਰ ਕਹਿ ਰਹੀ ਹੈ ਵੀ ਇਸ ਤਰ੍ਹਾਂ ਦੇ ਏਜੰਟਾਂ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦੇ ਨੇ। ਕੀ ਤੁਸੀਂ ਚਾਹੁੰਦੇ ਹੋ ਕਿ ਇੱਕ ਏਜੰਟ ਦੀ ਗਲਤੀ ਨਾਲ ਤੁਹਾਡਾ ਪਿਤਾ ਤੁਹਾਡੇ ਵਿੱਚ ਨਹੀਂ ਹੈਗਾ, ਵੀ ਕਾਰਵਾਈ ਹੋਣੀ ਚਾਹੀਦੀ? ਬਿਲਕੁਲ ਚਾਹੀਦੀ ਹੋਣੀ ਜੀ। ਇਹ ਏਜੰਟ ਨੂੰ ਤਾਂ ਜੇਲ੍ਹ 'ਚ ਕੀਤਾ ਚਾਹੀਦਾ ਜੀ, ਸਾਰੀ ਉਮਰ ਵਾਸਤੇ ਉਹਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਏਜੰਟ ਨੂੰ। ਇਹ ਜਿਹੇ ਨੂੰ ਸਾਨੂੰ ਧੋਖਾ ਹਟਣਾ ਬਹੁਤ ਕੀਤਾ। ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਤੋਂ ਮੰਗ ਤਾਂ ਹੁਣ ਬਸ ਇਹੀ ਆ ਜੀ, ਅਸੀਂ ਤਾਂ ਆਪਦੇ ਡੈਡੀ ਦੀ ਡੀਕ ਕਰਦੇ ਪਏ ਸੀਗੇ ਜੀ 4 ਸਾਲ ਤੋਂ ਜੀ। ਉਹ ਹੁਣ ਸਾਡੀ ਡੀਕ ਪੂਰੀ ਹੋ ਗਈ, ਉਹ ਵੀ ਨਹੀਂ ਹੁਣ ਵਾਪਸ ਮਿਲੇ। ਬਸ ਗੌਰਮੈਂਟ ਸਾਡੀ ਹੁਣ ਹੱਥ ਫੜੇ ਸਾਡਾ, ਠੀਕ ਆ ਜੀ, ਪਰਿਵਾਰ ਦਾ। ਸਰਕਾਰ ਤੋਂ ਮੰਗ ਤਾਂ ਸਾਰੇ ਪਰਿਵਾਰਾਂ ਦਾ। ਹਾਂਜੀ ਹਾਂ, ਸਰਕਾਰ ਤੋਂ ਮੰਗ ਇਹ ਵੀ ਹੋਏਗੀ ਮਤਲਬ ਕਿ ਜਿਹੜੇ ਏਜੰਟ ਨੇ ਇਸ ਤਰ੍ਹਾਂ ਵੀ ਹੋਰ ਵੀ ਇਸ ਤਰ੍ਹਾਂ ਫਸ ਸਕਣ ਕਿਤੇ ਹੋਰ, ਇਹਨਾਂ 'ਤੇ ਖਾਸ ਕਾਰਵਾਈ ਹੋਣੀ ਚਾਹੀਦੀ। ਹਾਂ ਜੀ ਹਾਂ, ਇਹ ਨਗੇਲ ਵਧੀਆ ਕਿਸੇ ਨੂੰ ਚਾਹੀਦੀ ਏਜੰਟਾਂ ਪਰ, ਜਿਹੜੇ ਬੰਦੇ 400 ਵੀ ਕਰਨ, ਧੋਖਾਬਾਜ਼ੀ ਕਰਦੇ ਨੇ, ਕਰਨ ਕਬੂਤਰਬਾਜ਼ੀ ਭੇਜਦੇ ਨੇ ਜੀ। ਮੇਰਾ ਡੈਡੀ ਮੈਨੂੰ ਲੈ ਜਾਂਦੇ, ਆਪਣਾ ਜਾਂਦੇ आप गए थे, सरकार से मिले थे, सुषमा स्वराज से मिले थे, आपको पूरी बात पता थी जब आप महज 12 साल की थी जब गए थे। आप क्या सरकार से क्या चाहती हो? क्या चल बोल रहा बोल बेटा, बोल 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 हिम्मत करके बोल बेटा, बोल। सरकार ਦਾ ਬਹੁਤ ਧੰਨਵਾਦ ਕਰਦਾ ਕਿ ਮੈਂ ਡੈਡੀ ਨੂੰ ਲੈ ਕੇ आखिरी बार कब बातचीत हुई थी आपकी सबसे पहले, जब पापा से आखिरी बार बात कब हुई थी? सर 14 जून को हुए थे, उसके बाद नहीं? उसके बाद नहीं देखने को मिला। ਦੇਖਣ ਨਹੀਂ ਦਿੱਤਾ। ਗੌਰਮੈਂਟ ਦਾ ਧੰਨਵਾਦ ਕਰਦੇ ਅਸੀਂ, ਬਹੁਤ ਬਹੁਤ ਸਾਡੇ ਹਵਾਲੇ ਕਰਤੇ ਜੇ, ਠੀਕ ਹੈ ਨਾ ਜੀ। ਅਸੀਂ ਹੁਣ ਕੁਝ ਨਹੀਂ ਕਹਿਣਾ ਚਾਹੁੰਦੇ, ਸਾਨੂੰ ਇੰਨਾ ਹੀ ਬਹੁਤ ਆ, ਸਾਨੂੰ ਤਸੱਲੀ ਹੋ ਗਈ ਮਨ। ਗੌਰਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ। ਮੰਗ ਕੀ ਕਰਦੇ? ਮਨ ਬਸ ਸਾਡੀ ਕੁਛ ਮੰਗ ਨਹੀਂ ਹੈਗੀ, ਬਸ ਗੌਰਮੈਂਟ ਨੂੰ ਸਾਰਾ ਪਤਾ ਹੈ ਜੀ, ਜਿਹੜਾ ਕੁਛ ਕਰਨਗੇ ਆਪੇ ਕਰਦੇ ਨੇ। गैर कानूनी तौर पे गया वैसे है कोई गल नहीं ਜਿਹੜਾ ਵਿਦੇਸ਼ ਮੰਤਰੀ ਹੈ ਉਹਨਾਂ ਦਾ ਬਿਆਨ ਆਇਆ ਵੀ ਗੈਰ ਕਾਨੂੰਨੀ ਤੌਰ ਤੇ ਜਿਹੜੇ ਭਾਰਤੀ ਗਏ ਹੋਏ ਸੀ ਵਿਦੇਸ਼। ਉਹ ਤਾਂ ਜੀ ਹੁਣ ਗੈਰ ਕਾਨੂੰਨੀ ਬਿਨਾਂ ਵੀਜ਼ੇ ਤੋਂ ਗਏ ਸੀਗੇ, ਕਈ ਸਾਲ ਹੋ ਗਏ ਸੀਗੇ ਉਹਨਾਂ ਦੇ ਕੋਲ ਜਾਣ ਸਾਰੀ ਉਹਨਾਂ ਕੋਲ ਫੜ ਲਿਆ, ਆਹ ਪਾਸਪੋਰਟ ਫੜ ਲਿਆ, ਜਿਵੇਂ ਹੁਣ ਇੱਦਾਂ ਕਰਕੇ ਗਏ ਸੀ, ਉੱਥੇ ਗਲਤ ਜਗ੍ਹਾ ਤੇ ਪਹੁੰਚ ਗਏ ਸੀ। पूरे किधर राही गए सी कुछ है जान पहचान? दस ਏਜੰਟ ਸੀਗਾ ਉਹਦਾ ਜੀ, ਆਹ ਚੱਬੇ ਵਾਲਾ ਸੀ। ਕੀ ਨਾਮ ਕੀ ਹੈ ਉਹਦਾ ਜੀ? ਸੋਨੂੰ। ਤੇ ਉਹ ਬਾਅਦ ਚ ਤੁਹਾਡੇ ਸੰਪਰਕ ਚ ਰਿਹਾ ਜੀ? ਬਾਅਦ ਚ ਉਹਨਾਂ ਕੋਲ ਜਾਂਦੇ ਰਹੇ, ਕਾਫੀ ਟਾਈਮ ਜਾਂਦੇ ਰਹੇ ਅਸੀਂ। ਉਹਨਾਂ ਨੇ ਦੁਕਾਨ ਬੰਦ ਕਰ ਲਈ, ਪਰ ਸਾਨੂੰ नहीं मिले। पूरे देश के लिए बड़ी अफसोस की बात है, और ख़ास तौर पे जब पंजाब की बात करें तो हमारे पंजाब के 27 नौजवान इसके अंदर शहीद हुए हैं। कांग्रेस पार्टी, हमारी सरकार और हम सब लोग, सभी परिवारों के साथ हम सब लोग इस दुख की घड़ी में शामिल हैं। अब वो कैप्टन अमरिंदर सिंह जी ने और कांग्रेस पार्टी की सरकार ने, जहाँ तक पंजाब की बात है, वहाँ पर उन लोगों के ऊपर सख्त से सख्त कार्रवाई होगी, और ताकि आने वाले समय में हमारे पंजाब के युवाओं के साथ इस प्रकार से धोखाधड़ी ना हो सके, और ऐसा हशा ना हो आने वाले वक्त में। उसको सब सामने रखते हुए मैं समझता हूँ कि आने वाले वक्त में उनके ऊपर सख्त से सख्त कार्रवाई होनी भी चाहिए। और ये बात मैं ज़रूर कहना चाहता हूँ कि हमारे देश के डिफेंस मिनिस्टर साहब ने, एक्सटर्नल अफेयर्स मिनिस्टर साहब ने जो कल बात कही है वो बड़ी बुरी बात है।
आज इन परिवारों को जहां पर ताकत देने की ज़रूरत है, जहां पर आज इन परिवारों को मदद करने की ज़रूरत है, वहां पर एक बिस्कुट वाली बात कहकर अपने आप को इस बात से हम अलग नहीं कर सकते। आज जिम्मेवारी बनती है भारत सरकार की, क्योंकि विदेश मंत्रालय भारत सरकार के नीचे आता है, तो जिम्मेवारी भारत सरकार की बनती है कि कॉम्पनसेशन देनी चाहिए। जहां तक पंजाब की बात हुई, कांग्रेस पार्टी की सरकार ने, कैप्टन अमरिंदर सिंह जी ने अपनी तरफ से सभी विधायकों की मांग पर विधानसभा के स्तर के अंदर इस बात को मंजूरी दी थी। जब ये बात का खुलासा किया गया था कि ये लोगों की मृत्यु हो चुकी है, तो उसी वक्त कैप्टन अमरिंदर सिंह जी ने विधानसभा के अंदर इस बात का आश्वासन दिया था कि हम इन परिवारों की मदद करेंगे। और मैं इस बात को समझता हूं कि आज जहां पर इन परिवारों के साथ, पंजाब के परिवारों के साथ और दूसरे प्रदेशों के जो नौजवान युवा आज शहीद हुए, उनके परिवारों के साथ प्रदेश की सरकारों ने खड़े होने की बात की है, वहाँ पर मैं केंद्र की सरकार को भी इस बात को राजनीतिक चीज़ों से ऊपर उठकर कहना चाहता हूँ कि उनको इन परिवारों की मदद करने के लिए आगे बढ़ना चाहिए। I think it is very unfortunate for a person of the level of General V.K. Singh, who had served the armed forces at such a senior position, to say such a thing. And I think it is at this juncture, I would say, that not only apology, the government of India should come out with a compensation to these families who have lost young lives, those who had gone to live or to earn their livelihood or to earn their bread and butter for their families, and they have come back home in such a position. Today the government of India should take up their responsibility on their job, because it is the issue pertaining to the Ministry of External Affairs. And in the past also, if you look at it, when Sardar Sarabjit Singh had passed away, the government of India had come forward during that regime of Dr. Manmohan Singh ji to come and support the family of Sarabjit Singh when it had happened, because as external affairs lies under the central list, so it automatically becomes the responsibility of the government of India to come forward. And it is very sad to hear what General V.K. Singh had to say yesterday on behalf of the government, because he was representing the government of India.